असलामुअलैकुम। की हाल चाल है ਤੁਹਾਡਾ? ठीक ठाक हो ਤੁਸੀਂ ਸਾਰੇ? कैसी तबीयत है ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਮਸਤੇ ਰਹੋ। ਤੇ ਬਈ ਮੌਸਮ ਸ਼ਦੀਦ ਠੰਡ ਦੇ ਬਾਅਦ ਮਹਿਕਮਾ ਮੌਸਮੀਆਤ ਤੁਹਾਨੂੰ ਰੋਜ਼ਾਨਾ ਦੀ ਖਬਰ ਦੇ ਦਿੰਦਾ ਵੇ। ਤੇ ਨਾਲੇ ਬੜੀ ਬਰਸਾਤ ਹੋ ਰਹੀ ਹੈ ਖਾਸੀ। ਕੱਲ ਸਾਰਾ ਦਿਨ ਬਾਰਿਸ਼ ਹੋਈ ਹੈ। ਸੁਬਹ ਅਸੀਂ ਮॉल ਗਏ ਸਾਂ। ਮॉल ਜਦੋਂ ਨਿਕਲੇ ਉਦੋਂ ਵੀ ਟੈਕਸੀ 'ਚ ਬੈਠੇ, ਬੜੀ ਬਾਰਿਸ਼, ਕੋਟ ਸ਼ੋਟ ਸਾਡੇ ਭਿੱਜ ਗਏ। ਉੱਥੇ ਮॉल ਤੇ ਉਤਰੇ, ਉੱਥੇ ਵੀ ਬਾਰਿਸ਼। ਵਾਪਸ ਜਦੋਂ ਅਸੀਂ ਸ਼ਾਪਿੰਗ ਕਰਕੇ ਨਿਕਲੇ ਆ ਉਦੋਂ ਵੀ ਬਾਰਿਸ਼, ਉਹ ਮਤਲਬ ਖ਼ਤਮ ਨਹੀਂ ਹੋ ਰਹੀ ਸੀ ਬਾਰਿਸ਼, ਇੰਨੀ ਬਾਰਿਸ਼ ਚੱਲੀ ਹੈ ਕੱਲ। ਤੇ ਖਾਸੀ ਠੰਡ ਹੈ। ਪਰ ਲੈ ਵੀ ਕਿ ਚਲੋ ਹੁਣ ਹੈ ਤੇ ਮੌਸਮ ਦੇ ਤੇ ਹਾਲਾਤ ਰਹਿਣੇ ਹੀ ਨੇ। ਹਰ ਮੁਲਕ ਦਾ ਆਪਣਾ ਇੱਕ ਵੈਦਰ ਹੁੰਦਾ, ਉਸੇ ਹਿਸਾਬ ਦੇ ਨਾਲ ਫਿਰ ਚੱਲਦਾ ਰਹਿੰਦਾ ਸਿਲਸਿਲਾ। ਤੇ ਅੱਜ ਅਸੀਂ ਗੱਲ ਕਰਨੀ ਆ। ਮੈਂ ਸ਼ਾਇਦ ਤੁਸੀਂ ਵੀ ਬਚਪਨ 'ਚ ਕਦੀ ਸੁਣਿਆ ਹੋਵੇ ਕਿ ਨਾਨੀਆਂ ਦਾਦੀਆਂ ਕਿੱਸੇ ਸੁਣਾਉਂਦੀਆਂ ਸਨ। ਪੁਰਾਣੇ ਲੋਕ ਬੜਿਆਂ ਕੋਲੋਂ ਬੈਠ ਕੇ ਕਿੱਸੇ ਸੁਣਦੇ ਸਨ। ਪੁਰਾਣੇ ਕਿੱਸੇ ਸੁਣਨ ਬੱਚਿਆਂ ਨੂੰ ਵੀ ਸ਼ੌਕ ਹੁੰਦਾ ਸੀ। ਬੜੇ ਵੀ ਕੋਈ ਬਜ਼ੁਰਗ ਬੈਠ ਕੇ ਕੋਈ ਗੱਲ ਸੁਣਾਉਂਦਾ ਸੀ ਨਾ, ਕੋਈ ਕਹਾਵਤ, ਕੋਈ ਕਿੱਸਾ, ਕੋਈ ਸ਼ੇਰ, ਉਸ ਜ਼ਮਾਨੇ ਦੀ ਸ਼ਾਇਰੀ, ਕੁਛ ਤੇ ਸਾਰੇ ਲੋਕ ਬੈਠ ਕੇ ਬੜੇ ਸ਼ੌਕ ਨਾਲ ਸੁਣਦੇ ਸਨ। ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਆਪ ਪੜ੍ਹ ਲਓ ਕਰ ਲਓ, ਬੜੇ ਦੀ ਗੱਲ ਸੁਣੀ ਜਾਂਦੀ ਸੀ। ਔਰ ਸਪੈਸ਼ਲੀ ਬੱਚੇ ਜਿਹੜੇ ਸਨ ਉਹ ਨਾਨੀਆਂ ਜਾਂ ਦਾਦੀਆਂ ਉਹਨਾਂ ਨੂੰ ਜੋ ਵੀ ਦਸਤਿਆਬ ਹੁੰਦਾ ਸੀ ਨਜ਼ਦੀਕ ਤਰੀਨ, ਉਹਨਾਂ ਬੱਚਿਆਂ ਨੂੰ ਫਿਰ ਕਹਾਣੀਆਂ ਸੁਣਾਉਂਦੀਆਂ ਸਨ। ਉਹ ਚੰਦ ਦੀ ਕਹਾਣੀ, ਉਹ ਚੰਦ 'ਚ ਚਰਖਾ ਪੀ ਕੱਤਦੀ ਏ ਬਈ ਬੈਠੀ, ਉਹ ਕਹਾਣੀਆਂ ਇਸ ਟਾਈਪ ਦੀਆਂ। ਤੇ ਹੋਰ ਉਹ ਬੱਚੇ ਬੜੇ ਸ਼ੌਕ ਨਾਲ ਸੁਣਦੇ ਸਨ। ਬੱਚੇ ਨੂੰ ਕਹਾਣੀ ਜ਼ਰੂਰ ਸੁਣਾਈ ਜਾਂਦੀ ਸੀ। ਹੁਣ ਮੈਂ ਦੇਖਣੀ ਆ ਉਹ ਚੀਜ਼ ਜਿਹੜੀ ਹੈ ਬਿਲਕੁਲ ਖ਼ਤਮ ਹੋ ਗਈ ਹੈ। ਜਾਂ ਬੱਚੇ ਖੁਦ ਸਟੋਰੀ ਬੁੱਕ ਲੈ ਕੇ ਪੜ੍ਹ ਲੈਣ ਜਾਂ ਕੁਛ ਉਹ ਕਰ ਲੈਣ, ਲੇਕਿਨ ਬੜੇ ਉਹਨਾਂ ਨੂੰ ਨਹੀਂ ਸੁਣਾਉਂਦੇ। ਜਾਂ ਫਿਰ ਕੋਈ ਪ੍ਰੋਗਰਾਮ ਦੇਖ ਲੈਣ ਟੀਵੀ 'ਤੇ ਕਰ, ਲੇਕਿਨ ਬੜਿਆਂ ਕੋਲ ਟਾਈਮ ਨਹੀਂ। ਉਸ ਜ਼ਮਾਨੇ ਵਿੱਚ ਅਗਰ ਨਾਨੀ ਦਾਦੀ ਦਸਤਿਆਬ ਨਹੀਂ ਹੁੰਦੀ ਸੀ ਨਾ, ਨਾਨੀ ਦਾਦੀ ਦਸਤਿਆਬ ਨਹੀਂ ਹੁੰਦੀ ਸੀ, ਪਰ ਫਿਰ ਵੀ ਮਾਵਾਂ ਸੁਣਾਉਂਦੀਆਂ ਸਨ ਆਪਣੇ ਬੱਚਿਆਂ ਨੂੰ ਕਹਾਣੀਆਂ। ਜਦੋਂ ਲੇਟ ਜਾਣਾ ਵਿਹੜਿਆਂ ਵਿੱਚ ਤੇ ਬਸ ਫਿਰ ਉੱਥੇ ਕਹਾਣੀ ਸੁਣਾਉਣੀ। ਦੁਪਹਿਰ ਨੂੰ ਕਦੀ ਟਾਈਮ ਮਿਲਣਾ ਮਾਂ, ਲੇਕਿਨ ਸਪੈਸ਼ਲੀ ਰਾਤ ਨੂੰ। ਸਾਨੂੰ ਯਾਦ ਹੈ ਵੀ ਮਾਫ ਕਰ ਦਿਓ, ਅੱਜ ਗਲਾ ਮੇਰਾ ਜ਼ਿਆਦਾ ਹੀ ਹੋ ਰਿਹਾ, ਖੁਰ ਖੁਰ ਬਾਰ-ਬਾਰ ਹੋ ਰਿਹਾ ਵਾ। ਤੇ ਅਸੀਂ, ਸਾਨੂੰ ਨਾਨੀ ਦਾਦੀ ਦੇ ਦਸਤਿਆਬ ਨਹੀਂ ਸਨ। ਸਾਡੀ ਬਹੁਤ ਛੋਟੀ ਏਜ ਵਿੱਚ ਉਹਨਾਂ ਦੋਨਾਂ ਦਾ ਇੰਤਕਾਲ ਹੋ ਗਿਆ ਸੀ। ਪਰ ਸਾਡੀ ਅੰਮੀ ਸਾਨੂੰ ਬੜੇ ਕਿੱਸੇ ਸੁਣਾਉਂਦੇ ਸਨ। ਜੋ ਜੋ ਚੀਜ਼ਾਂ ਉਹਨਾਂ ਨੂੰ ਯਾਦ ਹੁੰਦੀਆਂ ਸਨ, ਸਾਡੀ ਮਾਂ ਨੇ ਸਾਨੂੰ ਬੜੇ ਕਿੱਸੇ ਸੁਣਾਏ। ਔਰ ਕੋਈ ਦੌਰ ਐਸਾ ਸੀ ਕਿ ਬੱਚੇ ਵੀ ਖਾਮੋਸ਼ੀ ਦੇ ਨਾਲ ਉਹ ਗੱਲਾਂ ਸੁਣਦੇ ਸਨ ਬੜਿਆਂ ਦੀਆਂ। ਉਹ ਪਤਾ ਨਹੀਂ ਕੋਈ ਆਵਾਜ਼ ਸੀ ਕੀ ਸੀ, ਮੈਨੂੰ ਤੇ ਯਕੀਨ ਮੰਨੋ ਅੱਜ ਤੱਕ ਸਮਝ ਨਹੀਂ ਲੱਗੀ ਕਿ ਕੀ ਵਜ੍ਹਾ ਸੀ ਕਿ ਬੱਚੇ ਵੀ ਬੈਠ ਕੇ ਬੜੇ ਸ਼ੌਕ ਨਾਲ ਸੁਣਦੇ ਸਨ। ਹੋਰ ਇੰਨੀਆਂ ਦਿਲਚਸਪੀਆਂ ਨਹੀਂ ਹੁੰਦੀਆਂ ਸਨ। ਅੰਮੀ ਨੂੰ ਕਹਿਣਾ ਸੀ, ਇਸਰਾਰ ਕਰਕੇ ਕਹਿਣਾ, ਅੰਮੀ ਜੀ ਕਹਾਣੀ ਸੁਣਾ ਦਿਓ, ਅੰਮੀ ਜੀ ਸਾਨੂੰ ਕਹਾਣੀ ਸੁਣਾ ਦਿਓ। ਅੰਮੀ ਨੇ ਕਹਿਣਾ ਕਿ ਹਾਂ ਸੁਣਾਨੀ ਆ, ਸਬਰ ਤੇ ਕਰੋ। ਤੇ ਉਹ ਅਸੀਂ ਫਿਰ ਉਹ ਕਈ ਕਈ ਦਫਾ ਉਹ ਕਹਾਣੀਆਂ ਸਾਨੂੰ ਸਾਡੀ ਮਾਂ ਨੇ ਸੁਣਾਉਣੀਆਂ, ਅਸੀਂ ਉਨੀ ਹੀ ਦਿਲਚਸਪੀ ਦੇ ਨਾਲ ਸੁਣਨੇ ਹੁੰਦੇ ਸਨ। 5-7 ਕਹਾਣੀਆਂ ਸਾਡੀ ਮਾਂ ਨੂੰ ਯਾਦ ਸਨ, ਉਹ ਸਾਨੂੰ ਪਹੁੰਚ ਹੋ ਕੇ ਫਿਰ ਉਹ ਹੀ ਕਹਾਣੀਆਂ ਸੁਣਾ ਦਿੰਦੇ ਹੁੰਦੇ ਸਨ। ਤੇ ਅਸੀਂ ਫਿਰ ਖੁਸ਼ ਹੋ ਜਾਣਾ ਕਿ ਬਈ ਕਹਾਣੀ ਸੁਣੀਏ। ਤੇ ਉਹ ਜਦੋਂ ਗਰਮੀਆਂ ਦੀ ਰਾਤਾਂ ਸਪੈਸ਼ਲੀ ਵਿਹੜਿਆਂ 'ਚ ਲੇਟਣਾ ਤੇ ਉਹ ਤਾਰਿਆਂ ਵੱਲ ਦੇਖਣਾ, ਤਾਂ ਅੰਮੀ ਨੇ ਕਹਿਣਾ ਤਾਰੇ ਦੇਖੋ। ਅਸੀਂ ਕਹਿਣਾ ਕਿ ਅੰਮੀ ਕਹਿਣਾ ਤਾਰੇ ਗਿਣੋ। ਅਸੀਂ ਕਹਿਣਾ ਇੰਨੇ ਤਾਰੇ ਅਸੀਂ ਕਿਸ ਤਰ੍ਹਾਂ ਗਿਣੀਏ? ਅੰਮੀ ਨੇ ਕਹਿਣਾ ਗਿਣੋ ਤੇ ਸਹੀ, ਪਰ ਗਿਣਦੇ ਜਾਓ ਤੁਸੀਂ। ਅਸੀਂ ਇਸ ਤਰ੍ਹਾਂ ਕਰਕੇ ਗਿਣਨਾ ਸ਼ੁਰੂ ਕਰਨਾ। ਲੋ ਬਈ ਉਹ ਤਾਰੇ ਗਿਣਦੇ ਗਿਣਦੇ ਨੀਂਦ ਆ ਜਾਂਦੀ ਸੀ ਬੱਚਿਆਂ ਨੂੰ। ਤੇ ਉਹ ਮਾਵਾਂ ਆਪਣੀ ਜਾਨ ਛੁਡਾਉਣ ਦਾ ਇਹ ਨੁਸਖਾ ਕਰਦੀਆਂ ਸਨ ਕਿ ਕਹਿਣਾ ਹਾਂ ਸੁਣਾਉਣੀ ਆ ਕਹਾਣੀ ਤੁਹਾਨੂੰ, ਤੁਸੀਂ ਤਾਰੇ ਤੇ ਗਿਣੋ। ਅਸੀਂ ਤਾਰੇ ਗਿਣਦੇ ਗਿਣਦੇ ਅਸੀਂ ਸੌਂ ਜਾਣਾ। ਤੇ ਉਹ ਇਸ ਤਰ੍ਹਾਂ ਫਿਰ, ਪਰ ਜਿੱਦਣ ਅਸੀਂ ਨਾ ਸੌਣਾ ਫਿਰ ਅੰਮੀ ਨੇ ਕਹਿਣਾ ਅੱਛਾ। ਅਸੀਂ ਬਸ ਇਸ ਤਰ੍ਹਾਂ ਅੰਮੀ ਦੇ ਨਾਲ ਚਿੰਬੜ ਜਾਣਾ। ਇੱਕ ਨੇ ਇਸ ਵੱਖੀ 'ਚ ਕੁਛ 'ਚ ਵੜ ਜਾਣਾ, ਇੱਕ ਨੇ ਇਸ ਪਾਸੇ ਕੱਚ 'ਚ ਵੜ ਜਾਣਾ ਤੇ ਲੇਟ ਜਾਣਾ। ਕੋਈ ਪੈਰਾਂ ਵੱਲ ਬੈਠਾ ਹੈ, ਮੰਜੀਆਂ ਨਾਲ ਜੋੜ ਲੈਣੀਆਂ। ਇਸ ਤਰ੍ਹਾਂ ਕਰਕੇ ਹੈਰਾਨ ਹੋ ਕੇ ਅਸੀਂ ਸੁਣ ਲੈਣੀ ਸੀ ਕਹਾਣੀ, ਜਿਵੇਂ ਅਸੀਂ ਪਹਿਲੀ ਦਫਾ ਸੁਣੀ। ਹਾਲਾਂਕਿ ਉਹ ਕਈ ਦਫਾ ਅਸੀਂ ਸੁਣੀ ਹੁੰਦੀ ਸੀ ਕਹਾਣੀ, ਪਰ ਉਹ ਸ਼ੌਕ ਸਾਡਾ ਬਰਕਰਾਰ ਰਹਿੰਦਾ ਸੀ। ਪਰ ਅੰਮੀ ਨੂੰ ਵਿਚਾਰੀ ਨੂੰ 2-4 ਕਹਾਣੀਆਂ ਜਿਹੜੀਆਂ ਯਾਦ ਸਨ। ਇੱਕ ਉਹ ਜਿਹੜੀ ਸਿੰਡਰੇਲਾ ਵਾਲੀ, ਕਿ ਜੁੱਤੀ ਸ਼ਹਿਜ਼ਾਦ ਉਹਦੀ, ਉਹ ਸ਼ਹਿਜ਼ਾਦਾ ਲੈ ਕੇ ਫਿਰ ਉਹ ਢੂੰਡਦਾ ਵੇ ਉਹ ਮੁੰਡਾ, ਅਤੇ ਫਿਰ ਉਹ ਜਿਹਦੇ ਪੈਰ 'ਚ ਫਿੱਟ ਆਉਂਦੀ ਹੈ। ਅਤੇ ਉਹ ਫਿਰ ਉਹ ਅੰਮੀ ਨੇ ਕਹਾਣੀ ਸਾਨੂੰ ਸੁਣਾਉਣੀ ਕਿ ਸਤੇਲੀ ਮਾਂ ਜ਼ੁਲਮ ਕਰਦੀ ਸੀ। ਜਿਸ ਤਰ੍ਹਾਂ ਮੇਰੀ ਅੰਮੀ ਨੇ ਸੁਣੀ ਹੋਈ ਸੀ ਸਾਨੂੰ ਸੁਣਾਉਣੀ, ਅਤੇ ਅਸੀਂ ਬੜਾ ਖੁਸ਼ ਹੋਣਾ। ਸੁਣੋ ਲੋ ਬਈ ਜੁੱਤੀ ਕਿੰਨੀ ਸੋਹਣੀ ਜੁੱਤੀ। ਸਾਡੇ ਖਿਆਲਾਂ 'ਚ ਜੁੱਤੀ ਬੜੀ ਸੋਹਣੀ ਸੀ ਕਿ ਜਿਹੜੀ ਬਈ ਉਹ ਕਿਸੇ ਦੇ ਪੈਰ 'ਚ ਫਿੱਟ ਆਈ, ਉਹ ਕਿੰਨੀ ਖੂਬਸੂਰਤ ਜੁੱਤੀ ਹੋਏਗੀ।
ਉਹ ਸੁਣਾਉਣੀ। ਇੱਕ ਸਾਡੀ ਅੰਮੀ ਸਾਨੂੰ ਕਹਾਣੀ ਸੁਣਾਉਂਦੇ ਹੁੰਦੇ ਸਨ, ਬੋਹਣਿਆਂ ਵਾਲੀ, ਕਿ ਉਹ 7 ਬੋਹਣੇ ਹੁੰਦੇ ਨੇ, ਉਹ ਸ਼ਹਿਜ਼ਾਦੀ ਨੂੰ ਜਿਹੜੀ ਉਹ ਸੌਤੇਲੀ ਮਾਂ ਕਹਿੰਦੀ ਹੈ ਜਾ ਕੇ ਉਹਨੂੰ ਜ਼ਬਾ ਕਰਕੇ ਸੁੱਟਿਆ ਜੰਗਲ 'ਚ, ਅਤੇ ਉਹ ਫਿਰ ਉਹਨੂੰ ਰਹਿਮ ਆ ਜਾਂਦਾ ਹੈ, ਉਹ ਉਹਨੂੰ ਬੇਹੋਸ਼ ਕਰਕੇ ਸੁੱਟ ਆਉਂਦਾ ਵੇ, ਅਤੇ ਉਹ ਫਿਰ ਇਸ ਤਰ੍ਹਾਂ ਬੋਹਣੇ ਉਹਨੂੰ ਰੱਖਦੇ ਨੇ। ਫਿਰ ਉਹ ਸ਼ੀਸ਼ਾ ਦੇਖਦੀ ਹੈ ਅਤੇ ਕਹਿੰਦੀ ਹੈ ਸਭ ਸੇ ਪਿਆਰਾ ਕੌਣ, ਅਤੇ ਉਹਦੀ ਸ਼ਕਲ ਨਜ਼ਰ ਆ ਜਾਂਦੀ, ਉਹ ਕਹਿੰਦੀ ਲੋ ਉਹਨੂੰ ਤਾਂ ਮੈਂ ਮਰਵਾ ਦਿੱਤਾ ਸੀ। ਉਹ ਇਸ ਤਰ੍ਹਾਂ ਦੀ ਕਹਾਣੀ ਕੀ ਕਹਿੰਦੇ ਨੇ ਅੰਮੀ ਸਾਨੂੰ ਸੁਣਾਉਂਦੇ ਹੁੰਦੇ ਸਨ। ਔਰ ਇਸ ਤਰ੍ਹਾਂ 5-7 ਚੀਜ਼ਾਂ ਹੁੰਦੀਆਂ ਸਨ, ਔਰ ਅਸੀਂ ਉਨੇ ਹੀ ਸ਼ੌਕ ਨਾਲ ਸੁਣਨੀਆਂ ਕਹਾਣੀਆਂ। ਅਸੀਂ ਬਲਕਿ ਫਰਮਾਇਸ਼ ਕਰਕੇ ਕਹਿਣਾ ਕਿ ਅੰਮੀ ਸਾਨੂੰ ਉਹ ਵਾਲੀ ਕਹਾਣੀ ਸੁਣਾਓ। ਅੰਮੀ ਨੇ ਕਹਿਣਾ 50 ਦਫਾ ਤੇ ਤੁਹਾਨੂੰ ਮੈਂ ਸੁਣਾਈਏ, ਪਰ ਬੱਚਿਆਂ ਨੂੰ ਇੰਨਾ ਸ਼ੌਕ ਹੁੰਦਾ ਸੀ ਕਹਾਣੀ ਸੁਣਨ ਦਾ। ਆਹਿਸਤਾ ਆਹਿਸਤਾ ਫਿਰ ਕਹਾਣੀ ਸੁਣਦੇ ਫਿਰ ਅਸੀਂ ਉਹ ਛੋਟੀਆਂ ਛੋਟੀਆਂ ਬੱਚਿਆਂ ਦੀ ਕਿਤਾਬਾਂ ਪੜ੍ਹਨ ਲੱਗ ਗਏ। ਅਤੇ ਅਸੀਂ ਫਿਰ ਉਹ ਜਿਹੜੀ ਲਾਇਬ੍ਰੇਰੀ ਹੁੰਦੀ ਸੀ ਸਾਡੇ ਘਰ ਦੇ ਕੋਲ, ਉਸ ਜ਼ਮਾਨੇ 'ਚ ਇਸ ਤਰ੍ਹਾਂ ਦਸਤਿਆਬ ਨਹੀਂ ਹੁੰਦੀਆਂ ਸਨ ਚੀਜ਼ਾਂ, ਲਾਇਬ੍ਰੇਰੀ ਤੋਂ ਜਾ ਕੇ ਫਿਰ ਲੈ ਕੇ ਆਉਂਦੇ ਸਾਂ ਅਸੀਂ ਇੱਕ ਬੁੱਕ ਬੱਚੋਂ ਕੀ ਦੁਨੀਆ, ਇੱਕ ਰਸਾਲਾ ਆਉਂਦਾ ਸੀ, ਉਸ 'ਚ ਬੜੇ ਸ਼ਹਿਜ਼ਾਦੇ ਔਰ ਘੋੜਾ ਦੌੜ ਗਿਆ ਅਤੇ ਜਾਦੂਗਰ ਆ ਗਿਆ ਅਤੇ ਪੱਥਰ ਦੇ ਬਣ ਗਏ ਅਤੇ ਤੋਤੇ ਵਿੱਚ ਜਾਨ, ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਹੁੰਦੀਆਂ ਸਨ। ਅਤੇ ਉਹ ਅਸੀਂ ਫਿਰ ਪੜ੍ਹਨੀਆਂ। ਉਹ ਫਿਰ ਉਹ ਖਰਚ ਜਿਹੜਾ ਹੁੰਦਾ ਸੀ ਨਾ, ਕਿ ਇੱਕ ਮੁੰਡਾ ਗਿਆ, ਫਿਰ ਉਹ ਜਾਦੂਗਰ ਨੂੰ ਉਹ ਜਾਦੂਗਰ ਨੂੰ ਦੇਖਦਾ ਵੇ, ਔਰ ਉਹ ਕਰਦਾ ਵੇ ਕਿ ਬਈ ਜਾਦੂਗਰ ਜਿਹੜਾ ਵੇ ਉਹਦੀ ਸ਼ਹਿਜ਼ਾਦੀ ਨੂੰ ਛੁਡਾ ਕੇ ਲੈ ਕੇ ਆਉਣਾ। ਇਹ ਚੀਜ਼ ਤਾਂ ਬੜੇ ਹਰ ਕਹਾਣੀ ਵਿੱਚ ਹੁੰਦੀ ਸੀ ਕਿ ਇੱਕ ਜਾਦੂਗਰ, ਤੋਤਾ, ਇੱਕ ਬੰਦਾ, ਇੱਕ ਸ਼ਹਿਜ਼ਾਦੀ, ਇਹ ਚੀਜ਼ਾਂ ਲਾਜ਼ਮੀ ਹੁੰਦੀਆਂ ਸੀ, ਲਾਜ਼ਮੀ ਆਈਟਮ ਹੁੰਦਾ ਸੀ ਕਿ ਬਈ ਇਹ ਚੀਜ਼ਾਂ ਜ਼ਰੂਰ ਨੇ। ਅਤੇ ਉਹ ਫਿਰ ਅਸੀਂ ਕਹਾਣੀਆਂ ਸੁਣਨੀਆਂ, ਕਹਾਣੀਆਂ ਪੜ੍ਹਨੀਆਂ। ਬੱਚੇ ਕਹਾਣੀ ਖੁਦ ਪੜ੍ਹਦੇ ਹੁੰਦੇ ਸਨ, ਪਰ ਉਹਦੇ 'ਚ ਜ਼ਿਆਦਾ ਇਸ ਤਰ੍ਹਾਂ ਦੇ ਕਿੱਸੇ ਹੁੰਦੇ ਸਨ। ਅੱਜ ਕੱਲ੍ਹ ਜਿਹੜਾ ਨਾ ਹੁਣ ਬੱਚੇ ਨੈੱਟ ਦਸਤਿਆਬ ਹੈ, ਕਾਰਟੂਨ ਦੇਖਦੇ ਨੇ, ਇਹ ਚੀਜ਼ਾਂ ਜ਼ਿਆਦਾ ਆ ਗਈਆਂ ਨੇ, ਸਟੋਰੀਜ਼ ਨੇ, ਬੱਚੇ ਉਹ ਗੇਮਜ਼ ਆ ਗਏ ਨੇ, ਲੇਕਿਨ ਉਹ ਕਹਾਣੀ ਜਿਹੜੀ ਲੇਟ ਕੇ ਮਾਵਾਂ ਸੁਣਾਉਂਦੀਆਂ ਸਨ, ਅਤੇ ਜਿਹੜਾ ਸੁਣਾਇਆ ਜਾਂਦਾ ਸੀ ਉਹ ਚੀਜ਼ਾਂ, ਉਹ ਖਤਮ ਹੋ ਗਿਆ। ਹੁਣ ਨਾ ਕਿਸੇ ਮਾਂ ਨੂੰ ਨਹੀਂ ਫੁਰਸਤ ਹੈ ਕਿ ਆਪਣੇ ਬੱਚਿਆਂ ਨੂੰ ਆਲੇ ਦੁਆਲੇ ਪਾਵੇ ਅਤੇ ਕਵੇ ਕਿ ਆ ਜਾਓ ਵੀ ਕਰਨਾ। ਬੱਚਿਆਂ ਨੂੰ ਸ਼ੌਕ ਹੈ ਕਿ ਮਾਂ ਨੂੰ ਫਰਮਾਇਸ਼ ਕਰਨ ਕਿ ਵੀ ਮਾਂ ਸਾਨੂੰ ਕਹਾਣੀ ਸੁਣਾ। ਉਸ ਜ਼ਮਾਨੇ 'ਚ ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਸੀ ਕਹਾਣੀ ਸੁਣਨ ਦਾ। ਜਿਹੜਾ ਵੀ ਬਜ਼ੁਰਗ ਦਸਤਿਆਬ ਹੁੰਦਾ ਸੀ ਉਹਨੂੰ ਕਹਿਣਾ ਵੀ ਸਾਨੂੰ ਕਹਾਣੀ ਸੁਣਾਓ। ਕਹਾਣੀ ਵਾਸਤੇ ਬੜਾ ਹੁੰਦਾ ਸੀ। ਇੱਕ ਦੂਸਰੇ ਨੂੰ ਅਗਰ ਕੋਈ ਅੱਛਾ ਕਿਤਾਬ ਮਿਲ ਜਾਂਦੀ ਸੀ ਬੱਚਿਆਂ ਦੀ ਜਿਹੜੀ ਹੁੰਦੀ ਸੀ, ਫਿਰ ਉਹ ਅਸੀਂ ਦਿੱਤਾ ਜਾਣਾ ਕਿ ਬੜੀ ਅੱਛੀ ਕਹਾਣੀ ਹੈ, ਪੜ੍ਹ ਲਵੋ। ਔਰ ਉੱਥੋਂ ਜਾ ਕੇ ਅਸੀਂ ਇੱਕ ਆਨਾ ਦੇ ਕੇ ਅਸੀਂ ਇੱਕ ਲਾਇਬ੍ਰੇਰੀ ਤੋਂ ਲੈ ਕੇ ਆਉਂਦੇ ਸਾਂ ਕਿਤਾਬ ਕਿਰਾਏ ਦੀ, ਉਹਦੇ ਵਿੱਚ ਅਸੀਂ ਪੜ੍ਹਨੇ ਹੁੰਦੇ ਸਾਂ। ਉਹੀ ਜਦੋਂ ਸਾਡਾ ਬਚਪਨ ਦਾ ਦੌਰ ਸੀ, ਉਹਦੇ ਵਿੱਚ ਟੋਟ ਬਟੋਟ ਦੇ ਵੀ ਫਿਰ ਅਸੀਂ ਸੂਫੀ ਤਬਸਮ ਸਾਹਿਬ ਦੀਆਂ ਨਜ਼ਮਾਂ ਅਤੇ ਅਸੀਂ ਪੜ੍ਹਦੇ ਹੁੰਦੇ ਸਾਂ। ਟੋਟ ਬਟੋਟ ਕੀ ਮੋਟਰ ਕਾਰ, ਅਤੇ ਟੋਟ ਬਟੋਟ ਦੀ ਮੋਟਰ ਕਾਰ ਇੰਨਾ ਉਹ ਮਜ਼ਾ ਆਉਂਦਾ ਸੀ। ਟੋਟ ਬਟੋਟ ਨੇ ਖੀਰ ਪਕਾਈ, टोट बटोट ने खीर पकाई, टोट बटोट ने खीर पकाई, खाला उसकी लकड़ी लाई, फुफ्फी लाई दिया सलाई, अम्मी जान ने आग जलाई, टोट बटोट ने खीर पकाई, टोट बटोट ने खीर पकाई। गांव का गांव दौड़ा आया, सारी खलकत दौड़ी आई, टोट बटोट ने खीर पकाई, टोट बटोट ने खीर पकाई। और टोट बटोट ऐसा किरदार ਹੁੰਦਾ ਸੀ ਸਾਡੇ ਬਚਪਨ ਦਾ ਕਿ ਇੰਨਾ ਪਿਆਰਾ ਲੱਗਦਾ ਸੀ। ਉਹ ਟੋਟ ਬਟੋਟ ਸੁਣ ਕੇ ਅਸੀਂ ਖੁਸ਼ ਹੋ ਜਾਂਦੇ ਸਾਂ ਕਿ ਓਏ ਹੋਏ ਹੋਏ ਕਿ ਟੋਟ ਬਟੋਟ। ਇਸੇ ਤੋਂ ਹੀ ਮੈਨੂੰ ਹੁਣ ਇਹ ਜਦੋਂ ਮੈਂ ਟਵਿੱਟਰ 'ਤੇ ਆਈ ਤਾਂ ਮੈਨੂੰ ਟੋਟ ਬਟੋਟ ਬੜਾ ਚੰਗਾ ਲੱਗਿਆ ਕਿ ਉਹਦਾ ਨਾਂ ਹੀ ਸੁਣ ਕੇ ਬਸ ਵਈ ਫਿਰ ਮੈਂ ਤਾਂ ਉੱਤੇ ਫਿਦਾ ਹੋ ਗਈ ਕਿ ਉਹ ਹੀ ਟੋਟ ਬਟੋਟ ਆ ਗਿਆ। ਮੈਨੂੰ ਨਹੀਂ ਪਤਾ ਉਹ ਕੌਣ ਹੈ ਟੋਟ ਬਟੋਟ, ਲੇਕਿਨ ਮੈਂ ਉਸ ਕਿਰਦਾਰ ਨੂੰ ਪਿਆਰ ਕਰਨੀ ਆ ਜਿਹੜਾ ਸਾਡੇ ਬਚਪਨ ਦਾ। ਅਤੇ ਉਹ ਟੋਟ ਬਟੋਟ ਅਤੇ ਖੀਰ ਪਕਾਈ ਬੜੇ ਅਸੀਂ ਇੰਨਾ ਲਹਿਕ ਕੇ ਇਹ ਪੜ੍ਹਨਾ ਕਿ ਬਈ ਹੱਦ ਸ਼ੁਮਾਰ ਕੋਈ ਨਹੀਂ। ਉਸ ਤੋਂ ਬਾਅਦ ਇੱਕ ਸੁਰਈਆ ਕੀ ਗੁੜੀਆ ਬੜੀ ਮਸ਼ਹੂਰ ਨਜ਼ਮ ਸੀ ਬੱਚਿਆਂ ਦੀ। सुनो एक मज़े की कहानी, सुनो कहानी हमारी जुबानी, सुनो सुरैया की गुड़िया थी छोटी बहुत, न मोटी बहुत न दुबली बहुत,
ਤੇ ਇਹ ਵੀ ਇੰਨੀ ਪਿਆਰੀ ਨਜ਼ਮ ਸੀ, ਅਸੀਂ ਕਈ ਕਈ ਦਫਾ ਪੜ੍ਹਨੀ, ਲੈ ਕੇ ਪੜ੍ਹਨੀ, ਸਹੇਲੀਆਂ ਨੇ ਇਕੱਠੇ ਹੋਏ। ਉਹ ਵੀ ਸੁਰैया ਦੀ ਗੁੜੀਆ ਪੜ੍ਹਨੀ ਆ, ਉਹ ਵੀ ਸੁरैया जो सुरैया को देखते ही परी उड़ गई, जिधर से आई थी उधर मुड़ गई। ਤੇ ਉਹ ਫਿਰ ਸਾਡੇ ਵਾਸਤੇ ਇੱਕ ਤਸਵੁਰਾਤੀ ਦੁਨੀਆ ਹੁੰਦੀ ਸੀ। ਉਹ ਕਹਾਣੀਆਂ ਜਿਹੜੀਆਂ ਸਨ, ਅਸੀਂ ਉਹਨਾਂ ਕਹਾਣੀਆਂ 'ਚ ਇਸ ਤਰ੍ਹਾਂ ਲੱਗਦਾ ਸੀ ਕਿ ਅਸੀਂ ਉਹਨਾਂ ਕਹਾਣੀਆਂ ਦੇ ਕਿਰਦਾਰ ਆ, ਜਾਂ ਅਸੀਂ ਉਹਨਾਂ ਦੇ ਨਾਲ ਹੀ ਕਿਤੇ ਬੈਠੇ ਹਾਂ, ਜਾਂ ਸਾਡੇ 'ਤੇ ਬੀਤ ਰਹੀ ਹੈ ਸਭ ਕੁਝ। ਇੰਨਾ ਕਹਾਣੀ ਦਾ ਹੁੰਦਾ ਸੀ ਨਾ, ਯਕੀਨ ਮੰਨੋ ਕਿ ਬੱਚੇ ਬੜੇ ਸ਼ੌਕ ਦੇ ਨਾਲ, ਅਸੀਂ ਤੇ ਬਚਪਨ ਇੰਨਾ ਕਹਾਣੀ, ਸਾਡੇ ਅੱਬੂ ਵੀ ਸਾਨੂੰ ਕਿੱਸੇ ਸੁਣਾ ਦਿੰਦੇ ਹੁੰਦੇ ਸਨ, ਪਰ ਬਹੁਤ ਘੱਟ। ਜ਼ਿਆਦਾ ਸਾਨੂੰ ਜਿਹੜੇ ਕਿੱਸੇ ਸੁਣਾਏ, ਕੋਈ ਨਬੀਆਂ ਦੇ ਕਿੱਸੇ, ਕੋਈ ਹੋਰ, ਉਹ ਸਾਡੀ ਅੰਮੀ ਸਾਨੂੰ ਸੁਣਾਉਂਦੇ ਹੁੰਦੇ ਸਨ। ਕਿ ਅੰਮੀ ਨੇ ਕਹਿਣਾ ਚਲੋ ਆ ਜਾਓ ਮੈਂ ਤੁਹਾਨੂੰ ਦੱਸਣੀ ਆ। ਅਸੀਂ ਬੜੇ ਸ਼ੌਕ ਦੇ ਨਾਲ ਉਹਨਾਂ ਦੀਆਂ ਫਿਰ ਗੱਲਾਂ ਸੁਣਨੀਆਂ। ਫਿਰ ਕਦੀ ਕਦੀ ਉਹਨਾਂ ਨੇ ਪੰਜਾਬੀ ਦੇ ਸ਼ੇਰ ਵੀ ਸੁਣਾ, ਐਸਾ ਕੁਝ ਜੋ ਵੀ ਉਹਨਾਂ ਨੂੰ ਆਉਂਦਾ ਸੀ, ਕਿਉਂਕਿ ਮੇਰੀ ਵਾਲਦਾ ਇੰਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਇੰਨੇ ਜ਼ਿਆਦਾ ਕਿ ਬਿਲਕੁਲ ਹੀ ਪੜ੍ਹੇ ਲਿਖੇ ਨਹੀਂ ਸਨ। ਤੇ ਇਸ ਤੋਂ ਫਿਰ ਜੋ ਉਹਨਾਂ ਨੂੰ ਚੀਜ਼ ਆਉਂਦੀ ਸੀ ਨਾ, ਫਿਰ ਵੀ ਉਹ ਮਾਵਾਂ ਟਾਈਮ ਦਿੰਦੀਆਂ ਸਨ ਆਪਣੇ ਬੱਚਿਆਂ ਨੂੰ। ਉਹ ਮਾਵਾਂ ਕੋਸ਼ਿਸ਼ ਕਰਦੀਆਂ ਸਨ ਕਿ ਅਸੀਂ ਆਪਣੇ ਬੱਚਿਆਂ ਨੂੰ ਕੁਝ ਸਿਖਾ ਦਈਏ। ਉਹ ਫਿਰ ਜੋ ਸਾਡੀ ਮਾਂ ਨੂੰ ਕਹਾਵਤਾਂ, ਚੀਜ਼ਾਂ ਯਾਦ ਸਨ, ਉਹ ਸਾਡੀ ਮਾਂ ਸਾਨੂੰ ਸੁਣਾਉਂਦੀ ਸੀ। ਤੇ ਉਹ ਜ਼ਮਾਨੇ ਨਾਯਾਬ ਹੋਏ। ਅੱਜ ਮੈਂ ਦੇਖਣੀ ਆ ਬਿਲਕੁਲ ਜਿਹੜਾ ਨਾ ਉਹ ਜ਼ਮਾਨਾ ਯਕਸਰ ਬਦਲ ਕੇ ਆਵੇ। ਹੁਣ ਨਾ ਕਹਾਣੀਆਂ ਸੁਣਦਾ ਹੈ, ਨਾ ਦਿਓ ਤੇ ਪਰੀਆਂ ਤੇ ਸ਼ਹਿਜ਼ਾਦੇ ਤੇ ਤੋਤਾ, ਉਹ ਪਤਾ ਨਹੀਂ ਕਿੱਥੇ ਗਏ। ਉਹ ਕਹਾਣੀਆਂ ਹੀ ਕਿਤੇ ਗਾਇਬ ਹੋ ਗਈਆਂ। ਹੁਣ ਤੇ ਹੋਰ ਤਰ੍ਹਾਂ ਦੇ ਉਹ ਆ ਗਏ ਨੇ ਪ੍ਰੋਗਰਾਮ, ਬੱਚੇ ਮਾਰ ਜਿਓ ਗੇਮ ਖੇਲ ਰਹੇ ਨੇ, ਟਿਸ਼ੂ 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 ਚੱਲਿਆ ਹੋਇਆ ਵੇ। ਤੇ ਉਹ ਅਜੀਬ ਕਿਸਮ ਦੇ ਗੇਮਸ ਆ ਗਏ ਨੇ, ਤੇ ਕਾਰਟੂਨ ਆ ਗਏ ਨੇ, ਲੇਕਿਨ ਉਹ ਆਪਣੀਆਂ ਕਹਾਣੀਆਂ ਪਤਾ ਨਹੀਂ ਕਿੱਥੇ ਗਵਾਚ ਗਈਆਂ। ਉਹ ਨਜ਼ਰ ਹੀ ਨਹੀਂ ਆਉਂਦੀਆਂ। ਉਹ ਚਰਖਾ ਕੱਤਦੀ ਸੀ ਬੈਠ ਕੇ, ਸਾਡੀ ਮਾਂ ਨੇ ਕਹਿਣਾ ਉਹ ਦੇਖੋ ਚੰਦ ਵਿੱਚ ਉਹ ਚਰਖਾ ਵੀ ਕੱਤਦੀ, ਅਸੀਂ ਐਸਾ ਅੱਖਾਂ ਪਾੜ ਪਾੜ ਕੇ ਦੇਖਣਾ। ਅਸੀਂ ਕਹਿਣਾ ਅੰਮੀ ਨਜ਼ਰ ਨਹੀਂ ਪਿਆ ਆਉਂਦਾ, ਸਭ ਕਿੱਥੇ ਚਰਖਾ। ਅੰਮੀ ਕਹਿਣਾ ਤੁਸੀਂ ਧਿਆਨ ਨਾਲ ਦੇਖੋ, ਤੁਹਾਨੂੰ ਨਜ਼ਰ ਆਏਗਾ। ਉਹ ਅਸੀਂ ਇੰਨਾ ਦੇਖਣਾ, ਦੇਖਦੇ ਦੇਖਦੇ ਹੀ ਨੀਂਦ ਆ ਜਾਂਦੀ ਸੀ ਕਿ ਉਹ ਵੀ ਚਰਖਾ ਕਿੱਥੇ ਹੋਵੇ। ਫਿਰ ਆਖਰ ਇੱਕ ਟਾਈਮ ਐਸਾ ਆਉਂਦਾ ਸੀ, ਅਗਰ ਕਦੀ ਅਸੀਂ ਜਾਗ ਵੀ ਰੱਖਦਾ, ਵਾਕਈ ਸਾਨੂੰ ਉਹ 'ਚ ਚਰਖਾ ਤੇ ਔਰਤ ਨਜ਼ਰ ਆਉਣ ਲੱਗ ਪੈਂਦੀ ਸੀ। ਅਸੀਂ ਕਹਿੰਦੇ ਹਾਂ ਵਾਕਈ ਉਹ ਦੇਖੋ ਉਹ ਦੇਖੋ। ਉਹ ਇੰਨਾ ਦਿਮਾਗ ਵਿੱਚ ਹੁੰਦਾ ਸੀ ਕਿ ਉਹ ਅਕਸ ਨਜ਼ਰ ਆਉਣ ਲੱਗ ਜਾਂਦਾ ਸੀ ਕਿ ਉਹ ਚਰਖਾ ਜੀ। ਹਾਲਾਂਕਿ ਕੋਈ ਚਰਖਾ ਚੁਰਖਾ ਨਹੀਂ ਹੁੰਦਾ ਸੀ, ਪਰ ਉਹ ਸਾਡੀ ਮਾਵਾਂ ਸਾਨੂੰ ਟ੍ਰਿਕ ਕਰਦੀਆਂ ਸਨ ਸਾਡੇ ਨਾਲ। ਪਰ ਐਵੇਂ ਕਿ ਉਹ ਜ਼ਮਾਨਾ ਜਿਹੜਾ ਸੀ ਉਹ ਕਿੰਨਾ ਨਾਯਾਬ ਜ਼ਮਾਨਾ ਸੀ ਕਿ ਜਦੋਂ ਅਸੀਂ ਕਹਾਣੀਆਂ ਦੇ ਨਾਲ ਬਹਿਲ ਜਾਂਦੇ ਸਾਂ। ਸਾਨੂੰ ਛੋਟੀ ਛੋਟੀਆਂ ਕਹਾਣੀਆਂ ਤੇ ਜਾਦੂਗਰ ਤੇ ਜਿੰਨ ਦਾ ਵੀ ਬੜਾ ਜ਼ਿਕਰ ਹੁੰਦਾ ਸੀ, ਬਈ ਉਹ ਕਾਲੀਨ ਦੇ ਉੱਤੇ ਜਾ ਰਿਹਾ ਜਿੰਨ, ਉਹਦਾ ਵੀ ਬੜਾ ਜ਼ਿਕਰ ਹੁੰਦਾ ਸੀ। ਬਈ ਜਿੰਨ, ਜਿਸ ਕਹਾਣੀ 'ਚ ਜਿੰਨ ਨਹੀਂ ਉਹ ਤਾਂ ਕੋਈ ਕਹਾਣੀ ਨਹੀਂ, ਕਿ ਜੇ ਜਿੰਨ ਹੀ ਨਹੀਂ ਹੈ ਤਾਂ ਫਿਰ ਉਹ ਕੀ ਕਹਾਣੀ ਹੋਈ। ਤੇ ਉਹ ਸ਼ਹਿਜ਼ਾਦੀ ਹੁੰਦੀ ਸੀ, ਫਿਰ ਉਹਨੂੰ ਜਿੰਨ ਚੁੱਕਦਾ ਸੀ, ਤੇ ਫਿਰ ਇਹਦੀ ਕਹਾਣੀ ਅੱਗੇ ਵੱਧਦੀ ਸੀ। ਤੇ ਉਹ ਫਿਰ ਜਿੰਨ ਦਾ ਜ਼ਿਕਰ ਜ਼ਰੂਰ ਆਉਂਦਾ ਸੀ ਕਿ ਜਿੰਨ ਜਿਹੜਾ ਵੇ, ਫਿਰ ਉਹਦੀ ਜਾਨ ਇੱਕ ਤੋਤੇ 'ਚ ਹੁੰਦੀ ਸੀ, ਤੋਤਾ ਵੀ ਜ਼ਰੂਰੀ ਹੁੰਦੀ ਸੀ। ਤੇ ਫਿਰ ਇੱਕ ਅੰਗੂਠੀ ਹੁੰਦੀ ਸੀ, ਉਹ ਅੰਗੂਠੀ ਐਸਾ ਕਰਕੇ ਮਲਦਾ ਸੀ। ਫਿਰ ਇੱਕ ਸ਼ਹਿਜ਼ਾਦਾ ਹੁੰਦਾ ਸੀ, ਹਿਰਨ ਹੁੰਦਾ ਸੀ। ਇਹ ਬੜੀ ਸਾਡੇ ਉਹ ਸਨ ਕਿ ਸਪੈਸ਼ਲ ਕਿਰਦਾਰ ਸਨ ਕਹਾਣੀਆਂ ਦੇ। ਤੇ ਜਿਹੜੇ ਉਹ ਖਤਮ ਹੋ ਗਏ ਨੇ। ਹੁਣ ਜਿੰਨ ਜਿਹੜੇ ਨੇ, ਹੁਣ ਨਹੀਂ, ਹੁਣ ਬੱਚਿਆਂ ਨੂੰ ਜੇ ਕਹੋ ਤਾਂ ਉਹ ਕਹਿੰਦੇ ਨੇ ਕਿੱਥੇ ਹੋਏ ਜਿੰਨ, ਦੱਸੋ ਵੀ ਸਾਨੂੰ, ਅਸੀਂ ਦੇਖਣੇ ਆ। ਤੇ ਪਰ ਸਾਡੇ ਜ਼ਮਾਨੇ 'ਚ ਅਸੀਂ ਜਿੰਨ ਦਾ ਨਾਂ ਸੁਣ ਕੇ ਅਸੀਂ ਡਰ ਜਾਂਦੇ ਸਾਂ ਵੀ ਜਿੰਨ ਆ ਜਾਣਾ। ਦਿਓ ਵੀ ਕਹਿੰਦੇ ਹੁੰਦੇ ਸਨ, ਜਿੰਨ ਵੀ ਕਹਿੰਦੇ ਹੁੰਦੇ ਸਨ। ਤੇ ਉਹ ਫਿਰ ਅਸੀਂ ਤਾਂ ਡਰ ਜਾਂਦੇ ਸਾਂ। ਅਸੀਂ ਜੋ ਬੱਚੇ ਹੁੰਦੇ ਸਾਂ, ਅਸੀਂ ਵੀ ਸ਼ਰੀਫ ਕਿਸਮ ਦੇ ਬੱਚੇ ਹੁੰਦੇ ਸਾਂ। ਅਸੀਂ ਅੱਜ ਕੱਲ੍ਹ ਦੇ ਬੱਚਿਆਂ ਵਰਗੇ ਨਹੀਂ ਹੁੰਦੇ ਸਾਂ ਕਿ ਕਿਸੇ ਚੀਜ਼ ਤੋਂ ਡਰੋ ਹੀ ਨਾ। ਸਾਨੂੰ ਤੇ ਸਾਡੀ ਅੰਮੀ ਨੇ ਕਹਿ ਦੇਣਾ ਕਿ ਜਾਓ ਜਾਓ ਉਹ ਜਿੰਨ ਆ ਗਿਆ। ਤੇ ਬਈ ਅਸੀਂ ਤਾਂ ਫਟਾਫਟ ਰਜ਼ਾਈਆਂ ਖਿੱਚ ਲੈਣੇ ਸਾਂ ਉੱਪਰ, ਕਿ ਵਾਕਈ ਵੀ ਜਿੰਨ ਆ ਗਿਆ, ਵੱਡਿਆਂ ਨੇ ਕਹਿ ਦਿੱਤਾ ਵੇ ਤੇ ਵਾਕਈ ਆ ਗਿਆ ਹੋਣਾ ਜਿੰਨ। ਬਹੁਤ ਅਸੀਂ ਤੰਗ ਕਰਨਾ, ਤੇ ਮੰਮੀ ਨੇ ਕਹਿਣਾ ਵੀ ਜਿੰਨ ਆ ਗਿਆ ਵੇ। ਅਸੀਂ ਰਜ਼ਾਈਆਂ 'ਚ ਵੜ ਜਾਣਾ, ਫਟਾਫਟ ਮੂੰਹ ਅੰਦਰ ਲੁਕਾ ਲੈਣੇ ਕਿ ਬਈ ਜਿੰਨ ਆ ਜਾਣਾ। ਹੁਣ ਪਤਾ ਚੱਲਿਆ ਵੀ ਜਿੰਨ ਸ਼ਿੰਨ ਕੋਈ ਨਹੀਂ ਹੁੰਦੇ ਸਨ। ਸਾਡੀ ਅੰਮੀ ਸਾਨੂੰ ਇਸ ਤਰ੍ਹਾਂ ਹੀ, ਮਾਵਾਂ ਇਸ ਤਰ੍ਹਾਂ ਹੀ ਕਰਦੀਆਂ ਹੁੰਦੀਆਂ ਸਨ। ਪਿਆਰ ਦੇ ਨਾਲ ਨਾਂ ਵੀ ਬੱਚਿਆਂ ਦੇ ਰੱਖਦੀਆਂ ਸਨ, ਤੇ ਮਾਵਾਂ ਕਹਾਣੀਆਂ ਵੀ ਸੁਣਾਉਂਦੀਆਂ ਸਨ, ਤੇ ਮਾਵਾਂ ਫਿਰ ਜਿਨ੍ਹਾਂ ਤੋਂ ਵੀ ਡਰਾਉਂਦੀਆਂ ਸਨ। ਉਹ ਜ਼ਮਾਨੇ ਨਾਯਾਬ ਹੋਏ। ਹੁਣ ਨਾ ਕਦੀ ਉਹ ਆਵਾਜ਼ ਆਈਏ ਕਿ ਸੌਂ ਜਾਓ ਜਿੰਨ ਆ ਜਾਏਗਾ, ਤੇ ਨਾ ਹੀ ਕਦੀ ਸਾਨੂੰ ਕਿਸੇ ਨੇ ਉਹ ਤੋਤਿਆਂ ਵਾਲੀਆਂ ਤੇ ਮੈਨਾ ਵਾਲੀਆਂ ਤੇ ਜਿਹੜੇ ਉਹ ਜਿੰਨ ਸ਼ਹਿਜ਼ਾਦੀ ਨੂੰ ਚੁੱਕ ਕੇ ਲੈ ਕੇ ਜਾਂਦਾ ਸੀ, ਉਹ ਕਹਾਣੀਆਂ ਸੁਣਾਈਆਂ ਨੇ। ਨਾ ਹੀ ਕਦੀ ਕਿਸੇ ਨੇ ਕਿਹਾ ਕਿ ਤਾਰੇ ਗਿਣੋ, ਤੇ ਨਾ ਹੀ ਕਦੀ ਕਿਸੇ ਨੇ ਕਿਹਾ ਵੇ ਕਿ ਉਹ ਦੇਖੋ ਚਰਖਾ ਵੀ ਕੱਤਦੀ ਜੇ। ਤੇ ਨਾ ਹੀ ਅਸੀਂ ਕੋਈ ਐਸਾ ਕੀਤਾ। ਕਿੰਨਾ ਜ਼ਮਾਨਾ ਬਦਲ ਗਿਆ। ਉਹ ਦੇਖਦੇ ਹੀ ਦੇਖਦੇ ਉਹ ਚੀਜ਼ਾਂ ਕਿਤੇ ਗਾਇਬ ਹੋ ਗਈਆਂ ਨੇ। ਹੁਣ ਕਦੀ ਤੁਸੀਂ ਉਹ ਚੀਜ਼ਾਂ ਨਹੀਂ ਸੁਣੋਗੇ, ਕਦੀ ਤੁਹਾਨੂੰ ਬੱਚਿਆਂ ਦੇ ਉਹ ਚੀਜ਼ਾਂ ਨਹੀਂ ਮਿਲਣਗੀਆਂ। ਮੈਂ ਇੰਨੀ ਹੈਰਾਨ ਹੁੰਦੀ ਹਾਂ ਕਿ ਉਹ ਚੀਜ਼ਾਂ ਗਈਆਂ ਕਿੱਥੇ।
ਪਰ ਜ਼ਮਾਨਾ ਆਪਣੀ ਚਾਲ ਚੱਲਦਾ ਵੇ, ਇਸ ਤਰ੍ਹਾਂ ਹੀ ਜ਼ਮਾਨੇ ਬਦਲਦੇ ਜਾਂਦੇ ਨੇ, ਬਦਲਦੇ। ਸਾਡੀ ਅੰਮੀ ਨੇ ਸਾਨੂੰ ਇਹ ਕੋਈ ਸੁਣਾਉਣਾ, ਮੈਂ ਅਕਸਰ ਹੁਣ ਇਹ ਸ਼ਾਇਰੀ ਪੜ੍ਹਨੀ ਆ ਨਾ, ਤੇ ਉਹ ਜਿਵੇਂ ਕਿਸੇ ਨੂੰ ਲਾ ਦਿੰਦੇ ਨੇ, ਜ਼ਿਆਦਾ ਤਾਂ ਮੈਂ ਨਹੀਂ ਇਸ ਤਰ੍ਹਾਂ ਪੜ੍ਹਦੀ, ਪਰ ਕੋਈ ਅਗਰ ਲਾ ਦਿੰਦਾ ਵੇ ਟਵਿੱਟਰ ਵਗੈਰਾ 'ਤੇ, ਕਿਤੇ ਫੇਸਬੁੱਕ 'ਤੇ ਕੋਈ ਐਸਾ ਟੁਕੜਾ, ਤੇ ਉਹ ਮੈਨੂੰ ਫਿਰ ਆਉਂਦਾ। ਪਰ ਸਾਡੀ ਅੰਮੀ ਸਾਨੂੰ ਅਸਲ ਵਿਚਾਰੇ ਟੁੱਟੇ ਫੁੱਟੇ ਐਸਾ ਸੁਣਾਉਂਦੇ ਹੁੰਦੇ ਸਨ, ਤੇ ਉਹ ਮੈਂ ਪਿਛਲੇ ਦਿਨਾਂ 'ਚ ਪੜ੍ਹਿਆ, ਤੇ ਮੈਨੂੰ ਲੱਗਿਆ ਕਿ ਉਹੀ ਚੀਜ਼ਾਂ ਨੇ, ਪਰ ਅਲਫਾਜ਼ ਦੀ ਤਰਤੀਬ ਦੇ ਨਾਲ ਜਿਹੜਾ ਨਾ ਸਾਡੀਆਂ ਮਾਵਾਂ ਸਾਨੂੰ ਸੁਣਾ ਦਿੰਦੀਆਂ ਸਨ। ਕਿਉਂਕਿ ऐसा दौर नहीं सी कि लोग देख के पढ़ते। तो एक साड़ी अम्मी सुनाते होंगे सन, जिन्ना बागा दे मर गए मालिक, जिन्ना बागा दे मर गए मालिक, उन बागा दा रब वाली, कड कलेजा हाज़र कीता, पिंजरा रह गया खाली। हथी दईए हथी लईए, हथी दईए हथी लईए, हथी बनिए पल्ले, ओ केड़ा जेड़ा मोया नू पिछे कल्ले, ओ केड़ा जेड़ा मोया नू पिछे कल्ले। ना कर बंदिया मेरी मेरी, ना कर बंदिया मेरी मेरी, ना है तेरी ना है मेरी, मुड़ के मिलनी खाक दी टेरी, मुड़ के मिलनी खाक दी टेरी। ਇਹ ਸਾਡੀ ਅੰਮੀ ਨੂੰ ਇੰਨਾ ਪਸੰਦ ਸੀ। ਤੇ ਹੁਣ ਮੈਂ ਦੇਖਿਆ ਤੇ ਥੋੜ੍ਹੇ ਜਿਹੇ ਅਲਫਾਜ਼ ਦੇ ਹੇਰ ਫੇਰ ਦੇ ਨਾਲ ਇਹ ਸ਼ਾਇਰੀ ਮੌਜੂਦ ਹੈ, ਪਰ ਉਹਨਾਂ ਦੇ ਜ਼ਰੇ ਥੋੜ੍ਹੇ ਜਿਹੇ ਅਲਫਾਜ਼ ਦਾ ਫਰਕ ਹੈ। ਜ਼ਰੇ ਉਹਨਾਂ ਨੇ ਜਿਸ ਤਰ੍ਹਾਂ ਸੁਣਿਆ ਹੋਣਾ ਯਾਦ ਕਰ ਲਿਆ। ਤੇ ਸਾਡੀ ਅੰਮੀ ਨੂੰ ਇੰਨਾ ਪਸੰਦ ਹੁੰਦਾ ਸੀ, ਅੰਮੀ ਨੇ ਫਿਰ ਅਕਸਰ ਇਹ ਕਰਨਾ ਕਿ ਨਾ ਕਰ ਬੰਦਿਆ ਮੇਰੀ ਮੇਰੀ, ਨਾ ਹੈ ਤੇਰੀ ਨਾ ਹੈ ਮੇਰੀ। तो फिर असी इस तरह अम्मी ने सानू सुनाना, अम्मी ने इसी तर्ज सानू सुनाना, तो उही तर्ज विच मैं तुहानू सुनाया। इस तरह मावां बैठ के गल्लां सुनांदियां सन, कहावतां सुनांदियां सन, गीत सुनांदियां सन, अपने ज़माने दे मुख्तलिफ चीज़ां बच्चियां नू कोल बिठाना ते दसना। ਉਹ ਫਿਰ ਕਈ ਚੀਜ਼ਾਂ ਦੇਖੋ ਐਸੀਆਂ ਨੇ ਜਿਹੜੇ ਅਸੀਂ ਜ਼ਮਾਨੇ ਨਹੀਂ ਦੇਖੇ, ਪਰ ਸਾਨੂੰ ਜਿਹੜੀਆਂ ਮਾਵਾਂ ਨੇ ਸੁਣਾਏ ਨੇ ਤਾਂ ਅਸੀਂ ਫਿਰ ਉਹਦੀ ਗੱਲ ਤੇ ਕਰ ਲੈਂਦੇ ਹਾਂ ਨਾ ਕਿ ਵੀ ਇਸ ਤਰ੍ਹਾਂ। ਇਹ ਫਿਰ ਦੌਰ ਜਿਹੜਾ ਸੀ ਸੁਨਹਿਰਾ ਦੌਰ, ਉਹਨੂੰ ਮੈਂ ਕਹਾਂਗੀ ਨਾਯਾਬ ਜ਼ਮਾਨੇ, ਸੁਨਹਿਰਾ ਦੌਰ। ਸੋਨਾ ਲੈ ਕੇ ਵੀ ਤੁਸੀਂ ਅੱਜ ਇੰਨਾ ਸੋਨਾ ਲੈ ਕੇ ਨਿਕਲੋ ਕਿ ਸਾਨੂੰ ਉਹ ਜ਼ਮਾਨੇ ਮਿਲ ਜਾਣ। ਉਹ ਜ਼ਮਾਨੇ ਨਹੀਂ ਮਿਲਣੇ, ਉਹ ਸਾਦਗੀ ਵਾਲੇ ਜ਼ਮਾਨੇ, ਉਹ ਸੱਚੇ ਜ਼ਮਾਨੇ, ਉਹ ਖਰੇ ਜ਼ਮਾਨੇ ਕਿ ਜਦੋਂ ਲੋਕ ਬਿਲਕੁਲ ਜੋ ਜ਼ੁਬਾਨ 'ਤੇ ਹੁੰਦਾ ਸੀ ਉਹੀ ਉਹਨਾਂ ਦੇ ਦਿਲ 'ਚ ਹੁੰਦਾ ਸੀ। ਉਹ ਜ਼ਮਾਨੇ ਹੁਣ ਲੱਭਣੇ ਨਹੀਂ ਨੇ, ਉਹ ਜ਼ਮਾਨੇ ਗੁਆਚ ਗਏ, ਉਹ ਸਾਡੇ ਹੱਥਾਂ 'ਚੋਂ ਨਿਕਲ ਗਏ। ਹੁਣ ਉਹ ਮਿਲਣੇ ਨਹੀਂ ਨੇ। ਨਾ ਉਹ ਨਾਨੀਆਂ ਅਤੇ ਨਾ ਉਹ ਦਾਦੀਆਂ, ਨਾ ਉਹ ਕਿੱਸੇ, ਨਾ ਉਹ ਕਹਾਵਤਾਂ, ਨਾ ਉਹ ਸ਼ੇਰ ਜਿਹੜੇ ਸੁਣਾਉਂਦੇ ਸਨ, ਨਾ ਉਹ ਨਜ਼ਮਾਂ। ਉਹ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਨੇ ਅਤੇ ਦੁਨੀਆ ਨਵੇਂ ਪਾਸੇ ਟੁਰ ਪਈ ਹੈ। ਟਿਕਟੌਕ ਦਾ ਦੌਰ ਹੈ ਹੁਣ, ਕੀ ਕਹਿੰਦੇ ਨੇ, ਛੋਟੀ ਵੀਡੀਓਜ਼ ਦਾ ਦੌਰ ਹੈ। ਉਹ ਇਹ ਬਣਾ ਲਓ, ਕਲਿੱਪ ਬਣਾ ਲਓ, ਪਰ ਹੁਣ ਉਹ ਚੀਜ਼ਾਂ ਮੁੱਕ ਗਈਆਂ ਨੇ ਜਿਹੜੀਆਂ ਨਾਯਾਬ ਜ਼ਮਾਨਿਆਂ ਵਿੱਚ ਸਨ। ਅਤੇ ਬਸ ਹੁਣ ਫਿਰ ਅਸੀਂ ਕੀ ਕਰੀਏ, ਅਸੀਂ ਹੁਣ ਕੀ ਕਰ ਸਕਦੇ ਹਾਂ ਬਾਈ। ਹੁਣ ਅਸੀਂ ਜ਼ਮਾਨੇ ਦੇ ਨਾਲ ਚੱਲ ਰਹੇ ਹਾਂ ਅਤੇ ਅਸੀਂ ਵੀ ਜਿਹੜਾ ਟਿਕਟੌਕ ਵਰਗੇ ਹੋ ਗਏ। ਅਤੇ ਬਸ ਬਈ ਉਹ ਹੁਣ ਜ਼ਮਾਨਾ ਆਪਣੀ ਚਾਲ ਚੱਲਦਾ ਹੋਵੇ, ਬਹਰਹਾਲ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ ਹੋਵੇ, ਕਿਉਂਕਿ ਕਾਮਯਾਬੀ ਇਸੀ ਵਿੱਚ ਹੀ ਹੈ ਕਿ ਤੁਸੀਂ ਜ਼ਮਾਨੇ ਦੇ ਨਾਲ ਚੱਲਦੇ ਰਹੋ। ਜੇ ਤੁਸੀਂ ਜ਼ਮਾਨੇ ਦੇ ਨਾਲ ਨਹੀਂ ਚੱਲਦੇ ਫਿਰ ਤੁਸੀਂ ਬਹੁਤ ਪਿੱਛੇ ਰਹਿ ਜਾਂਦੇ ਹੋ। ਅਤੇ ਉਹ ਜ਼ਮਾਨੇ ਦੇ ਨਾਲ ਜ਼ਰੂਰ ਚੱਲੋ, ਪਰ ਆਪਣਾ ਜਿਹੜਾ ਨਾ ਕਹਿੰਦੇ ਪਿੱਛਾ ਨਾ ਭੁੱਲੋ। ਆਪਣਾ ਪਿੱਛਾ ਜ਼ਰੂਰ ਯਾਦ ਰੱਖੋ ਕਿ ਸਾਡਾ ਅਸਲ ਜੜ ਬੁਨਿਆਦ ਕੀ, ਅਸੀਂ ਕੌਣ ਆ, ਸਾਡਾ ਪਿੱਛਾ ਕੀ ਸੀ, ਉਹ ਕਾਮਯਾਬੀ ਹੈ। ਅਤੇ ਕਦੀ ਨਾ ਉਸ 'ਤੇ ਸ਼ਰਮਿੰਦਗੀ ਮਹਿਸੂਸ ਕਰੋ ਅਤੇ ਨਾ ਉਹਨੂੰ ਭੁੱਲੋ, ਅਤੇ ਬਸ ਫਿਰ ਅੱਗੇ ਚੱਲਦੇ ਜਾਓ। ਕੌਣ ਤੁਹਾਨੂੰ ਰੋਕ ਰਿਹਾ ਵੇ। ਅਤੇ ਹੁਣ ਚੱਲਦੇ ਹਾਂ, ਦਸੰਬਰ ਹੋ ਰਿਹਾ ਖਤਮ। ਦਸੰਬਰ ਜਿਹੜਾ ਵੇ ਉਹ ਟਾਟਾ ਬਾਏ ਬਾਏ ਪਿਆ ਕਰਦਾ ਸਾਨੂੰ। ਅੱਜ ਆਖਰੀ ਦਿਨ ਨੇ ਅਤੇ ਉਸ ਤੋਂ ਬਾਅਦ ਫਿਰ ਕੱਲ੍ਹ ਨਵਾਂ ਸਾਲ ਸ਼ੁਰੂ ਹੋ ਜਾਣਾ ਹੈ। ਨਵੇਂ ਸਾਲ ਦੀ ਮੈਂ ਪੇਸ਼ਗੀ ਮੁਬਾਰਕਬਾਦ ਦਿੰਦੀ ਹਾਂ ਤੁਹਾਨੂੰ ਸਾਰਿਆਂ ਨੂੰ। ਅਤੇ ਫਿਰ ਅਸੀਂ ਨਵੇਂ ਸਾਲ ਦੇ ਹਵਾਲੇ ਨਾਲ ਕੱਲ੍ਹ ਗੱਲ ਕਰਾਂਗੇ। ਅਤੇ ਦਸੰਬਰ ਦੇ ਹਵਾਲੇ ਦੇ ਨਾਲ ਮੈਂ ਐਸਾ ਸ਼ੇਅਰ ਪੜ੍ਹਿਆ, ਮੈਨੂੰ ਬੜਾ ਅੱਛਾ ਲੱਗਿਆ। ਮੈਂ ਤੁਹਾਨੂੰ ਅਗਰ ਮੈਨੂੰ ਮਿਲ ਜਾਂਦਾ ਮੈਂ ਤੁਹਾਨੂੰ ਸੁਣਾਉਂਦੀ ਹਾਂ।
ਚਸ਼ਮਾ ਪਾਣਾ ਪੈਣਾ ਵੀ, ਮੈਨੂੰ ਚਸ਼ਮਾਟੋ ਬਣਨਾ ਪੈਣਾ ਵੇ। दिसंबर जाने वाला है, चलो एक काम करते हैं, पुराने बाब बंद करके नजरअंदाज करते हैं, नए सपने सभी बुनकर, उल्फत के रास्ते चुनकर, वफादारी पे जीने की राहें हमवार करते हैं, भुलाकर रंजिशें सारी, मिटाकर नफरतें दिल से, माफी दे दिलाकर अब दिल अपने साफ करते हैं, जहां पर हो सभी मुखलिस, ना हो दिल का कोई मुफलिस, एक ऐसी बस्ती अपनों की कहीं आबाद करते हैं, जो गम देते न हो गहरे, हो सांझी सभी वहां ठहरे, सब ऐसे ही मकीनों से मकान की बात करते हैं, न देखा हो जमाने में, न पढ़ा हो फसाने में, अब ऐसे जनवरी का हम सभी आगाज करते हैं, दिसंबर जाने वाला है, चलो एक काम करते हैं। कि भाई दिसंबर जान वाला वे, ਉਹ ਬਸ ਚਲਾ ਗਿਆ ਵੇ, ਅੱਜ ਆਖਰੀ ਦਿਨ ਸਾਲ ਦਾ, ਤੇ ਸਭ ਕੁਝ ਭੁਲਾ ਦਵੋ, ਰੰਜਿਸ਼ਾਂ ਖਤਮ ਕਰ ਦਵੋ, ਨਵੇਂ ਸਾਲ ਦਾ ਅੱਛੇ ਤਰੀਕੇ ਨਾਲ ਇਸਤਕਬਾਲ ਵੀ ਕਰੋ, ਆਪਣੇ ਦਿਲਾਂ ਨੂੰ ਸਾਫ਼ ਕਰੋ, ਤੇ ਇੱਕ ਦੂਸਰੇ ਦੀ ਗਲਤੀਆਂ ਨੂੰ ਵੀ ਮਾਫ ਕਰੋ, ਤੇ ਨਵਾਂ ਸਾਲ ਅੱਲਾ ਕਰੇ ਸਭ ਦੀ ਜ਼ਿੰਦਗੀਆਂ 'ਚ ਅੱਛੇ ਅੱਛੇ ਪੈਗਾਮਾਤ ਲੈ ਕੇ ਆਵੇ, ਤੇ ਅੱਛੀ ਅੱਛੀ ਖੁਸ਼ੀਆਂ ਲੈ ਕੇ ਆਵੇ। ਤੇ ਹੁਣ ਅਸੀਂ ਚੱਲਦੇ ਹਾਂ, ਫਿਰ ਇਨਸ਼ਾਅੱਲਾ ਇੱਕ ਨਵੀਂ ਯਾਦ ਦੇ ਨਾਲ ਅਸੀਂ ਆਵਾਂਗੇ ਤੇ ਗੱਲਬਾਤ ਕਰਾਂਗੇ, ਨਵੇਂ ਸਾਲ ਦੀਆਂ ਗੱਲਾਂ ਕਰਾਂਗੇ, ਮੁਬਾਰਕਬਾਦ ਦੇਵਾਂਗੇ ਇਨਸ਼ਾਅੱਲਾ। ਫਿਰ ਅਸੀਂ ਗੱਲ ਕਰਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।